ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਸਾਡੇ ਪ੍ਰੋਗਰਾਮ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਸੋ ਅੱਜ ਇਨਸਾਈਟਸ ਦੇ ਵਿੱਚ ਪੰਜਾਬ ਦੇ ਵਿੱਚ ਵੀਆਈਪੀ ਸਿਕਿਉਰਿਟੀ ਦੀ ਪ੍ਰਥਾ ਤੇ ਕਾਰਵਾਈ, ਉਸ ਤੋਂ ਇਲਾਵਾ ਪੰਜਾਬ ਦੇ ਕੁਝ ਪ੍ਰਾਈਵੇਟ ਸਕੂਲਾਂ ਤੇ ਫੀ ਵਾਧੇ ਕਰਕੇ ਜਾਂਚ ਦੀ ਮੰਗ ਤੇ ਰਸ਼ੀਆ ਯੂਕਰੇਨ ਵਾਰ ਦੇ ਅਪਡੇਟਸ ਡਿਸਕਸ ਕਰਾਂਗੇ। ਸਾਡੇ ਨਾਲ ਮੌਜੂਦ ਨੇ ਫਾਊਂਡਰ ਐਂਡ CEO ਆਫ ਪੰਜਾਬ ਟੂਡੇ ਚੈਨਲ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਗੁਰਲੀਨ। ਸਰ, ਪੰਜਾਬ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜਿਹੜੀ ਵੀਆਈਪੀ ਸਿਕਿਉਰਿਟੀ ਪ੍ਰਥਾ ਹੈ ਉਹਦੇ ਤੇ ਕਾਰਵਾਈ ਕੀਤੀ ਹੈ। 184 ਆਗੂਆਂ ਤੇ ਉਹਨਾਂ ਦੇ ਪਰਿਵਾਰਾਂ ਤੋਂ ਗਨਮੈਨ ਵਾਪਸ ਲੈ ਲਏ ਗਏ। ਇਹ ਜਿਹੜਾ ਉਪਰਾਲਾ ਕੀਤਾ ਗਿਆ ਆਪ ਸਰਕਾਰ ਵੱਲੋਂ, ਇਹ ਕਿੰਨਾ ਕੁ ਵੱਡਾ ਹਿੱਸਾ ਪਾ ਸਕਦਾ ਹੈ ਜਿਹੜੀ ਮੌਜੂਦਾ ਸਥਿਤੀ ਹੈ ਸਾਡੀ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਦੀ? ਦੇਖੋ, ਇਹਦੇ ਨਾਲ ਇੱਕ ਤੇ ਜਿੰਨੇ ਵੀ ਸਾਡੇ ਪੁਲਿਸ ਆਫਿਸਰਸ ਫ੍ਰੀ ਹੋ ਪਾਣ ਵੀਆਈਪੀ ਸਿਕਿਉਰਿਟੀ ਤੋਂ ਲੈ ਕੇ ਐਕਚੁਅਲ ਲਾਅ ਐਂਡ ਆਰਡਰ ਤੇ ਸਾਡੀ ਸਿਵਿਲੀਅਨ ਪੋਪੂਲੇਸ਼ਨ ਦੀ ਸਿਕਿਉਰਿਟੀ 'ਚ ਲੱਗ ਪਾਣ, ਉਨਾ ਹੀ ਬੈਨੀਫਿਟ ਹੈ। ਤੇ ਆਈ ਐਮ ਸ਼ੋਰ ਐਨਾਲਿਸਿਸ ਕੀਤਾ ਗਿਆ ਹੈ ਕਿ ਜੇ ਕਈ ਥਾਂ ਤੇ ਕਰਟੇਲ ਘੱਟ ਕੀਤੀ ਗਈ ਹੈ, ਕਈ ਥਾਂ ਤੇ ਵਾਪਸ ਲਿੱਤੀ ਗਈ ਹੈ, ਤੇ ਇਹ ਨੀਡ ਦੇ ਬੇਸਿਸ ਤੇ ਹੋਣਾ ਚਾਹੀਦਾ। ਤੇ ਜੇ ਕੋਈ ਪ੍ਰਾਈਵੇਟ ਬੰਦਾ ਜਿਹਦੇ ਕੋਲ ਕੋਈ ਗਵਰਨਮੈਂਟ ਅਹੁਦਾ ਨਹੀਂ ਹੈ, ਉਹ ਫਿਰ ਵੀ ਥ੍ਰੈਟਨ ਫੀਲ ਕਰਦਾ, ਉਹ ਇੱਕ ਦੁਬਾਰਾ ਐਪਲੀਕੇਸ਼ਨ ਦੇ ਦੇ, ਜਾਂ ਅਦਰਵਾਈਜ਼ ਪ੍ਰਾਈਵੇਟ ਸਿਕਿਉਰਿਟੀ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਤੇ ਹਾਇਰ ਕਰ ਲਓ। ਇਹਦੇ ਨਾਲ ਇੱਕ ਹੋਰ ਬੈਨੀਫਿਟ ਹੁੰਦਾ ਕਿ ਬਈ ਲੋਕੀ ਨਾ ਆਪਣੇ ਨਾਲ 2-4 ਸਿਕਿਉਰਿਟੀ ਗਾਰਡ ਲੈ ਕੇ ਤੁਰਦੇ ਨੇ, ਤੇ ਆਮ ਬੰਦੇ ਨੂੰ ਵੈਸੇ ਹੀ ਇਨਕਨਵੀਨੀਅੰਸ ਆਉਂਦੀ ਹੈ ਤੇ ਉਹ ਕਾਈਂਡ ਆਫ ਬੁਲਿਡ ਫੀਲ ਕਰਦਾ ਹੈ, ਦੂਜੇ ਬੰਦੇ ਨੂੰ ਆਪਣੇ ਆਪ ਹੀ ਪ੍ਰੈਫਰੈਂਸ ਮਿਲਣ ਲੱਗ ਪੈਂਦੀ ਹੈ। ਤੇ ਇਹ ਇੱਕ ਆਈ ਥਿੰਕ ਇੱਕ ਜਿਹੜਾ ਹੈਗਾ ਮਾਈਂਡਸੈਟ, ਵੀਆਈਪੀ ਕਲਚਰ ਦਾ ਮਾਈਂਡਸੈਟ, ਉਸ ਪਰਸਪੈਕਟਿਵ ਨਾਲ ਇਹ ਬਹੁਤ ਵਧੀਆ ਉਪਰਾਲਾ ਹੈ। ਮੈਨੂੰ ਲੱਗਦਾ ਕਿ ਇਹ ਚੀਜ਼ ਕਰਕੇ ਭਗਵੰਤ ਮਾਨ ਨੇ ਇੱਕ ਬੜਾ ਪੋਜ਼ੀਟਿਵ ਮੈਸੇਜ ਦਿੱਤਾ ਸਾਡੇ ਸੀਐਮ ਨੇ। ਤੇ ਆਫ ਕੋਰਸ ਇਟ ਸ਼ੁੱਡ ਨਾਟ ਬੀ ਬੇਸਡ ਓਨਲੀ ਔਨ ਕਿ ਬਈ ਇਹ ਵਾਲੀ ਸਾਰੇ ਹਟਾ ਕੇ ਤੇ ਤੁਸੀਂ ਬਾਅਦ 'ਚ ਆਪਣੇ ਲੀਡਰਾਂ ਨੂੰ ਦੇ ਦਿਓ। ਇਟ ਸ਼ੁੱਡ ਨਾਟ ਬੀ ਲਾਈਕ ਦੈਟ। ਨੀਡ ਬੇਸਡ ਸਿਕਿਉਰਿਟੀ ਦੇਣਾ ਸਰਕਾਰ ਦਾ ਫਰਜ਼ ਹੈ, ਬਟ ਜਿੱਥੇ ਨਹੀਂ ਜ਼ਰੂਰਤ ਹੈ ਉੱਥੋਂ ਵਾਪਸ ਲੈਣਾ ਵੀ ਬਿਲਕੁਲ ਠੀਕ ਹੈ। ਤੇ ਇਹਦੇ ਨਾਲ ਇੱਕ ਆਮ ਜਨਤਾ ਵੀ ਇੰਪਾਵਰਡ ਫੀਲ ਕਰਦੀ ਆ। ਬੜੀ ਲੋਕੀ ਆਪਾਂ ਵੇਖੇ ਨੇ ਸਾਡੇ ਪੰਜਾਬ ਦੇ ਵਿੱਚ, ਕਿਸੇ ਜਾਣ ਪਹਿਚਾਣ ਦੇ ਕਾਰਨ, ਜਾਂ ਉਹਨਾਂ ਦਾ ਕੋਈ ਰਿਸ਼ਤੇਦਾਰ ਪੁਲਿਸ ਵਾਲਾ ਸੀਨੀਅਰ ਆਫਿਸਰ ਹੈ, ਜਾਂ ਉਹ ਕਿਸੇ ਗਵਰਨਮੈਂਟ ਆਫਿਸਰ ਨੂੰ ਜਾਣਦੇ ਨੇ, ਜਾਂ ਉਹ ਕਿਸੇ ਮੰਤਰੀ ਜਾਂ ਐਮਐਲਏ ਨੂੰ ਜਾਣਦੇ ਨੇ, 1-2 ਆਪਣੇ ਲਈ ਸਿਕਿਉਰਿਟੀ ਗਾਰਡ ਰਖਵਾ ਲੈਂਦੇ ਨੇ। ਮੈਂ ਕਈ ਲੋਕੀ ਵੇਖੇ ਨੇ ਜਿਨ੍ਹਾਂ ਦਾ ਕੋਈ ਰੋਲ ਹੀ ਨਹੀਂ ਹੈ, ਜਿਨ੍ਹਾਂ ਤੇ ਸਿਕਿਉਰਿਟੀ ਥ੍ਰੈਟ ਵੀ ਕੋਈ ਨਹੀਂ ਹੈ, ਬਸ ਸਿਰਫ ਟੌਰ ਟੱਪੇ ਲਈ ਉਹ ਇੱਕ ਅੱਧਾ ਸਿਕਿਉਰਿਟੀ ਗਾਰਡ ਨਾਲ ਰੱਖ ਲੈਂਦੇ ਨੇ, ਪ੍ਰਭਾਵ ਜਿਹਾ ਪਾਉਣ ਲਈ, ਐਂਡ ਦੇ ਇੰਟੀਮੀਡੇਟ ਅਦਰਸ। ਇਹੋ ਜਿਹੇ ਲੋਕੀ ਦੂਜਿਆਂ 'ਤੇ ਅਨਨੈਸੈਸਰੀ ਪ੍ਰੈਸ਼ਰ ਵੀ ਪਾਉਂਦੇ ਨੇ। ਇੱਕ ਸਿਕਿਉਰਿਟੀ ਗਾਰਡ ਨਾਲ ਲਿਜਾ ਕੇ ਕਿਸੇ ਸਕੂਲ 'ਚ ਚਲ ਜਾਣਗੇ, ਕਿਸੇ ਕਾਲਜ 'ਚ ਚਲ ਜਾਣਗੇ, ਉੱਥੇ ਉਹਨਾਂ ਦਾ ਸਿਕਿਉਰਿਟੀ ਗਾਰਡ ਨਾਲ ਹੋਏਗਾ, ਪ੍ਰਿੰਸੀਪਲ ਨੂੰ ਕਹਿਣਗੇ ਜੀ ਇਹਨੂੰ ਐਡਮਿਸ਼ਨ ਦੇ ਦਿਓ, ਇਹਦੀ ਫੀਸ ਘੱਟ ਕਰ ਦਿਓ। ਅਨਨੈਸੈਸਰੀ ਇਹੋ ਜਿਹੇ ਜਿਹੜੇ ਲੋਕੀ ਕਰਦੇ ਨੇ, ਉਹਨਾਂ ਚੀਜ਼ਾਂ 'ਤੇ ਰੋਕ ਵੀ ਆਏਗੀ। ਤੇ ਇਟਸ ਅ ਗੁੱਡ ਸਟੈਪ ਕਿ ਜਿੱਥੇ ਸਿਕਿਉਰਿਟੀ ਥ੍ਰੈਟ ਤੁਹਾਨੂੰ ਨਹੀਂ ਲੱਗਦਾ ਕਿ ਵੀ ਰੀਜ਼ਨੇਬਲ ਹੈਗਾ, ਜਾਂ ਸਰਕਾਰ ਦੀ ਰਿਸਪੌਂਸਿਬਿਲਿਟੀ ਨਹੀਂ ਬਣਦੀ ਉੱਥੇ ਸਿਕਿਉਰਿਟੀ ਦੇਣ ਦੀ, ਉੱਥੋਂ ਸਿਕਿਉਰਿਟੀ ਵਾਪਸ ਲੈਣਾ ਬਿਲਕੁਲ ਇੱਕ ਉਚਿਤ ਸਟੈਪ ਹੈ, ਆਈ ਵੁੱਡ ਸੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਹੁਕਮਾਂ ਦੇ ਬਾਵਜੂਦ 720 ਪ੍ਰਾਈਵੇਟ ਸਕੂਲਾਂ ਨੇ ਫੀ ਵਾਧਾ ਕੀਤਾ ਤੇ ਉਹਨਾਂ ਤੇ ਜਾਂਚ ਦੀ ਮੰਗ ਕੀਤੀ ਗਈ ਹੈ। ਦੇਖੋ, ਪਹਿਲੀ ਗੱਲ ਹੈ ਕਿ ਆਪਾਂ ਅੱਗੇ ਵੀ ਡਿਸਕਸ ਕੀਤਾ ਸੀ, ਫੀ ਸਾਰਿਆਂ ਦੇ ਲਈ ਰੀਜ਼ਨੇਬਲ ਹੋਣੀ ਚਾਹੀਦੀ ਹੈ ਜੀ, ਪਰ ਹਰ ਸਕੂਲ ਨੂੰ ਇਹ ਕਹਿ ਦੇਣਾ ਕਿ ਤੁਸੀਂ ਹੁਣ ਫੀਸ ਨਹੀਂ ਵਧਾ ਸਕਦੇ, ਮੈਂ ਇਸ ਸਟੈਪ ਨੂੰ ਥੋੜ੍ਹਾ ਜਿਹਾ ਡੀਪਲੀ ਡਿਫਾਈਨ ਕਰਨਾ ਚਾਹੂੰਗਾ। ਜਿਹੜੇ ਸਕੂਲ ਵੈਸੇ ਹੀ ਮਹੀਨੇ ਦੀ 1000 ਰੁਪਏ 500 ਰੁਪਏ ਫੀਸ ਲੈ ਰਹੇ ਨੇ, ਰਾਈਟ, ਉਹਨਾਂ ਨੂੰ ਤੁਸੀਂ ਕਹੋ ਫੀਸ ਨਾ ਵਧਾਓ। ਤੇ ਜਿਹੜੇ 10,000 ਰੁਪਏ ਮਹੀਨੇ ਦੀ, 15,000 ਰੁਪਏ ਮਹੀਨੇ ਦੀ ਲੈ ਰਹੇ ਆ, ਉਹਨਾਂ ਨੂੰ ਵੀ ਤੁਸੀਂ ਕਹੋ ਫੀਸ ਨਾ ਵਧਾਓ। ਇਹ ਸਾਰਿਆਂ ਲਈ ਸੇਮ ਨਹੀਂ ਹੋ ਸਕਦਾ। ਆਇਡੈਂਟੀਫਾਈ ਕਰੋ ਕਿ ਕੀ ਜੈਨੂਅਨਲੀ ਬਣਦਾ, ਕੀ ਉਹਨਾਂ ਦੇ ਬਜਟਸ ਨੇ, ਕਿੰਨੀ ਐਡਮਿਸ਼ਨ ਹੈ, ਕਿੰਨੇ ਫਿਕਸ ਕਾਸਟ ਹੈ, ਉਹਦੇ ਬੇਸਿਸ ਤੇ ਹੋਣਾ ਚਾਹੀਦਾ। ਤੁਸੀਂ ਇਹੋ ਜਿਹਾ, ਤੇ ਇਹ ਸੁਪਰੀਮ ਕੋਰਟ ਵੱਲੋਂ ਰੂਲਿੰਗ ਹੈਗੀ ਆ ਕਿ 8% ਫੀਸ ਵਧਾਈ ਜਾ ਸਕਦੀ ਹੈ। ਦੇਖੋ, ਕੁਆਲਿਟੀ ਐਜੂਕੇਸ਼ਨ, ਆਪਾਂ ਦੱਸਿਆ ਕੀ ਗੱਲ ਹੈ, ਜਦੋਂ ਕਿਸੇ ਬਿਮਾਰੀ ਦਾ ਇਲਾਜ ਕਰਨਾ, ਜੇ ਘਰ ਦੇ ਵਿੱਚ ਬਿੱਲੀ ਆ ਜਾਏ ਜਾਂ ਚੂਹਾ ਆ ਜਾਏ, ਤੁਸੀਂ ਸੱਪ ਥੋੜ੍ਹਾ ਵਾੜ ਲੈਂਦੇ ਹੋ। ਤੁਹਾਨੂੰ ਜਿਹੜੀ ਪ੍ਰੋਬਲਮ ਹੈ ਉਹਦੀ ਸੋਲੂਸ਼ਨ ਦੇਣ ਲਈ ਕੋਈ ਵੱਡੀ ਪ੍ਰੋਬਲਮ ਨਾ ਖੜੀ ਕਰ ਲਈਏ ਕਿ ਬਈ ਲੋਕ ਐਜੂਕੇਸ਼ਨ ਦੇ ਵਿੱਚ ਜਿਹੜੀਆਂ ਇਨਵੈਸਟਮੈਂਟਸ ਹੋ ਰਹੀਆਂ, ਜੋ ਪ੍ਰਾਈਵੇਟ ਪਲੇਅਰਸ ਦਾ ਰੋਲ ਹੈ, ਉਹ ਬੜਾ ਇੰਪੋਰਟੈਂਟ ਹੈਗਾ ਕੁਆਲਿਟੀ ਐਜੂਕੇਸ਼ਨ ਦੇਣ 'ਚ। ਮੈਂ ਅਫਕੋਰਸ ਇਹ ਹੋਪ ਕਰੂੰਗਾ ਕਿ ਸਾਡੇ ਸਰਕਾਰੀ ਸਕੂਲ, ਜੋ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ, ਸਰਕਾਰੀ ਸਕੂਲਾਂ ਦੀ ਕੁਆਲਿਟੀ ਵਧੇ ਤੇ ਸਾਰੇ ਬੱਚੇ ਉੱਥੇ ਪੜ੍ਹਨਾ ਪਸੰਦ ਕਰਨ। ਪਰ ਪ੍ਰਾਈਵੇਟ ਸਕੂਲਾਂ 'ਚ ਪੇਰੈਂਟਸ ਆਪਣੇ ਬੱਚਿਆਂ ਨੂੰ ਭੇਜਦੇ ਨੇ, ਕਈ ਥਾਵਾਂ 'ਤੇ ਫੀਸ ਜ਼ਿਆਦਾ ਹੈ, ਉੱਥੇ ਫੀਸ ਨੂੰ ਰੈਸ਼ਨਲਾਈਜ਼ ਕਰਨ ਦੀ ਲੋੜ ਹੈ। ਮੈਂ ਕਹਿੰਦਾ ਸੇਮ ਹੀ ਕਿਉਂ ਰੱਖੀ ਜਾਵੇ, ਘੱਟ ਵੀ ਕਰਵਾਓ। ਹੁਣ ਜਿੱਥੇ ਫੀਸ 15,000 ਰੁਪਏ ਹੈ, ਰਾਈਟ, ਜਿੱਥੇ ਡੋਨੇਸ਼ਨ ਲਿੱਤੀ ਜਾਂਦੀ ਹੈ, ਤੁਸੀਂ ਕਾਰਵਾਈ ਕਰੋ, ਉੱਥੇ ਫੀਸ ਘੱਟ ਕਰਾਓ, ਇਹ ਸਾਰੀਆਂ ਚੀਜ਼ਾਂ ਬੰਦ ਕਰਾਓ। ਤੇ ਜਿੱਥੇ ਫੀਸ ਵੈਸੇ ਹੀ ਘੱਟ ਹੈ, ਉਹਨਾਂ ਨੂੰ ਕਿਵੇਂ ਜ਼ਿਆਦਾ ਸਕੂਲ ਵਧੀਆ ਇਨਫਰਾਸਟ੍ਰਕਚਰ ਦੇ ਪਾਣ, ਉਹਨੂੰ ਉਸ ਤਰੀਕੇ ਨਾਲ ਸੋਚੋ। ਬਲੈਂਕਟ ਕਾਰਵਾਈ, ਇਹ ਬੇਸਿਕਲੀ ਇਹਦੇ ਨਾਲ ਕੀ ਹੁੰਦਾ ਕਿ ਆਫਿਸਰ ਰੂਲ ਆ ਜਾਂਦਾ, ਜਿਹੜਾ ਇੰਸਪੈਕਟਰ ਰਾਜ ਕਹਿੰਦੇ ਨਾ, ਉਹ ਆ ਜਾਏਗਾ, ਕਿਉਂਕਿ ਜੇ ਤੁਸੀਂ ਫੀਸ ਕਿਵੇਂ ਵਧਾਤੀ, ਸਕੂਲਾਂ ਦਾ ਸਾਰਾ ਧਿਆਨ ਆਪਣੀ ਪੜ੍ਹਾਈ ਕਰਵਾਉਣ ਦੀ ਜਗ੍ਹਾ ਸਰਕਾਰੀ ਦਫ਼ਤਰਾਂ ਚੱਕਰ ਲਾਉਣ 'ਚ ਲੱਗ ਜਾਏਗਾ। ਇਹਦੇ ਉੱਤੇ ਬੜਾ ਡੀਪਲੀ ਸੋਚ ਕੇ ਫੈਸਲਾ ਲੈਣ ਦੀ ਲੋੜ ਹੈ। ਇਟ ਸ਼ੁੱਡ ਨਾਟ ਬੀ ਕਿ ਵੀ ਆਪਾਂ ਜਨਤਾ ਨੂੰ ਖੁਸ਼ ਕਰਦੇ ਪਏ ਹਾਂ, ਜਨਤਾ ਦੇ ਚੈਂਡ 'ਚ ਨੁਕਸਾਨ ਨਾ ਹੋ ਜਾਏ, ਕੁਆਲਿਟੀ ਐਜੂਕੇਸ਼ਨ ਮਿਲਣੀ ਨਾ ਬੰਦ ਹੋ ਜਾਏ। ਇਹ ਠੀਕ ਹੈ, 720 ਸਕੂਲਾਂ 'ਤੇ ਇਨਕੁਆਇਰੀ ਕਰੋ,
ਕਿਹੜੇ ਜੈਨੂਨ ਕੇਸਿਸ ਨੇ ਉਹਦੇ ਹਿਸਾਬ ਨਾਲ ਬਲੈਂਕਟ ਬੈਨ ਮੇਰੇ ਖਿਆਲ 'ਚ ਇਟਸ ਨਾਟ ਅ ਵੈਰੀ ਡੀਪਲੀ ਥਾਟ ਆਫਟਰ ਰੂਲ। ਫੀਸ ਨੂੰ ਰੈਸ਼ਨਲਾਈਜ਼ ਕਰ, ਜੇ ਪ੍ਰਾਈਵੇਟ ਪਲੇਅਰ ਹੈ ਸਸਟੇਨੇਬਿਲਿਟੀ ਤੇ ਹੋਣੀ ਚਾਹੀਦੀ ਨਾ, ਵਾਇਬਿਲਿਟੀ ਨਹੀਂ ਹੋਏਗੀ ਤਾਂ ਅਗਲਾ ਕਿਉਂ ਇਨਵੈਸਟਮੈਂਟ ਕਰੇਗਾ। ਤੇ ਉਹ ਫੀਸ ਦਾ ਸਟਰਕਚਰ ਰੀਜ਼ਨੇਬਲ ਹੋਣਾ ਚਾਹੀਦਾ। ਸਰ ਜਿਵੇਂ ਤੁਸੀਂ ਗੱਲ ਕੀਤੀ ਆਫਿਸਰ ਰੂਲ ਇੰਪਲੀਮੈਂਟ ਕਰਨ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਕੋਈ ਪ੍ਰੈਜ਼ੀਡੈਂਟ ਹੈ ਪ੍ਰਾਈਵੇਟ ਸਕੂਲ ਫੈਡਰੇਸ਼ਨ ਜਾਂ ਐਸੋਸੀਏਸ਼ਨ ਦਾ, ਉਹਨਾਂ ਦਾ ਕਹਿਣਾ ਹੈ ਕਿ ਨੋ ਡਾਊਟ ਅਸੀਂ ਵੈਲਕਮ ਕਰਦੇ ਹਾਂ ਗਵਰਨਮੈਂਟ ਦਾ ਡਿਸੀਜ਼ਨ, ਪਰ ਇਹ ਪ੍ਰੈਕਟੀਕਲੀ ਫਿਜ਼ੀਬਲ ਨਹੀਂ ਹੈ। ਜਿਹੜੀ ਚੀਜ਼ ਹੈਗੀ ਹੈ ਉਹ ਕਹਿੰਦੇ ਇਟ ਇਜ਼ ਨਾਟ ਆਰ ਡਿਊਟੀ ਟੂ ਪ੍ਰੋਵਾਈਡ ਸਕੂਲ ਯੂਨੀਫਾਰਮਸ ਔਰ ਬੁੱਕਸ ਟੂ ਰਿਟੇਲਰਸ। ਅਸੀਂ ਸਪੈਸੀਫਿਕੇਸ਼ਨ ਮੈਂਸ਼ਨ ਕਰ ਸਕਦੇ ਹਾਂ। ਦੂਜੀ ਚੀਜ਼ ਉਹ ਕਹਿੰਦੇ ਕਿ ਪ੍ਰੈਕਟੀਕਲੀ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਉਹ ਐਜੂਕੇਸ਼ਨ ਪ੍ਰਾਈਵੇਟ ਸਕੂਲਸ ਦੇ ਵਿੱਚ ਟੈਕਸ ਫ੍ਰੀ ਕਰ ਦੇਣ। ਫਿਰ ਉਹ ਕਹਿੰਦੇ ਆ ਵੀ ਜਿਹੜਾ ਇੰਕਰੀਮੈਂਟ ਅਸੀਂ ਟੀਚਰਸ ਤੇ ਸਟਾਫ ਨੂੰ ਦੇਣਾ ਉਹ ਕਿੱਥੋਂ ਦਈਏ। ਦੇਖੋ ਇਹ ਸਾਰੇ ਵੈਲਿਡ ਪੁਆਇੰਟ ਨੇ, ਆਪਾਂ ਫਿਰ ਡਿਸਕਸ ਕਰਦੇ ਪਏ ਹਾਂ। ਬੇਸਿਕਲੀ ਐਜੂਕੇਸ਼ਨ ਦੇ ਉੱਤੇ ਕੋਈ GST ਵਗੈਰਾ ਥੋੜਾ ਫੀਸ ਵਗੈਰਾ ਦੇ, ਇਟਸ ਟੈਕਸ ਫ੍ਰੀ। ਹੁਣ ਜਾਂ ਇਹ ਕੀਤਾ ਜਾ ਸਕਦਾ ਕਿ ਜਿਹੜੇ ਇਨਪੁਟ ਆਉਂਦੀ ਨੇ, ਜਿਹੜੀਆਂ ਉਹ ਚੀਜ਼ਾਂ ਲੈਂਦੇ ਨੇ, ਪਰ ਦੈਟ ਇਜ਼ ਟੂ ਕੰਪਲੈਕਸ। ਸਿੰਪਲ ਜੀ ਗੱਲ ਹੈ, ਤੁਸੀਂ ਵੇਖੋ ਫੀ ਬ੍ਰੈਕਟ ਬਣਾਓ, ਇਨਫਰਾਸਟ੍ਰਕਚਰ ਵੇਖੋ ਕੀ ਚੀਜ਼ਾਂ ਮਿਲ ਰਹੀਆਂ ਨੇ, ਕਿੱਥੇ ਲੱਗਦਾ ਪਿਆ ਕਿ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਇੱਕ ਸੀਲਿੰਗ ਤੇ ਹੋਣੀ ਚਾਹੀਦੀ ਨਾ। ਜਸਟ ਬਿਕੋਜ਼ ਤੁਸੀਂ ਐਕਸਕਲੂਸਿਵ ਕਿ ਸਿਰਫ ਅਮੀਰ ਹੀ ਉੱਥੇ ਪੜ੍ਹ ਪਾਣ, ਇਹੋ ਜਿਹੇ ਸਕੂਲ ਵੀ ਨਹੀਂ ਹੋਣੇ ਚਾਹੀਦੇ ਕਿ ਤੁਸੀਂ ਉੱਥੇ ਫੀਸ ਹੀ ਇੰਨੀ ਰੱਖ ਦਿਓ ਕਿ ਕੋਈ ਆਮ ਆਦਮੀ ਉੱਥੇ ਪੜ੍ਹ ਨਾ ਪਾਏ। ਮੈਰਿਟ ਬੇਸਡ ਸਕੂਲ ਹੋਣੇ ਚਾਹੀਦੇ। ਸਭ ਤੋਂ ਪਹਿਲਾਂ ਜਿਹੜਾ ਵੀ ਬੱਚਾ ਟੈਲੈਂਟਡ ਉੱਥੇ ਪੜ੍ਹ ਪਾਏ, ਫੀਸ ਰੀਜ਼ਨੇਬਲ ਹੋਣੀ ਚਾਹੀਦੀ ਹੈ ਕਿ ਆਪਾਂ ਬੈਸਟ ਟੀਚਰ ਅਟਰੈਕਟ ਕਰ ਪਈਏ। ਮੈਂ ਸਭ ਤੋਂ ਪਹਿਲਾਂ ਤੇ ਸਰਕਾਰ ਨੂੰ ਪਹਿਲਾਂ ਆਪ ਕਹੂੰਗਾ, ਉਹ ਕੰਟਰੈਕਟ ਤੇ ਟੀਚਰ ਲੈ ਕੇ ਆਉਂਦੇ 10-10 12-12 ਹਜ਼ਾਰ ਰੁਪਏ ਸੈਲਰੀ ਤੇ। ਇਸ ਤਰ੍ਹਾਂ ਤੁਸੀਂ ਬੈਸਟ ਟੈਲੈਂਟ, ਸਭ ਤੋਂ ਪਹਿਲਾਂ ਤਾਂ ਟੀਚਰ ਦੀ ਸੈਲਰੀ ਫਿਕਸ ਹੋਣੀ ਚਾਹੀਦੀ ਹੈ। ਕਿਸੇ ਵੀ ਟੀਚਰ ਦੀ ਇੱਕ ਰਿਸਪੈਕਟੇਬਲ ਅਮਾਊਂਟ ਤੋਂ ਘੱਟ ਸੈਲਰੀ ਹੋਣੀ ਨਹੀਂ ਚਾਹੀਦੀ। ਸਭ ਤੋਂ ਪਹਿਲਾਂ ਇਹ ਡਿਫਾਈਨ ਕਰੋ, ਰਾਈਟ। ਫਿਰ ਤੁਸੀਂ ਅਗਲੇ ਸਟੈਪ ਤੇ ਆਓ। ਜਦੋਂ ਬੈਸਟ ਟੀਚਰ, ਜਦੋਂ ਬੈਸਟ ਟੈਲੈਂਟ ਤੁਹਾਡੇ ਟੀਚਿੰਗ 'ਚ ਆਏਗਾ, ਉਹ ਬੱਚਿਆਂ ਨੂੰ ਚੰਗਾ ਗਿਆਨ ਵੀ ਦੇ ਪਾਏਗਾ, ਚੰਗਾ ਪੜ੍ਹਾ ਵੀ ਪਾਏਗਾ, ਰਾਈਟ। ਤੇ ਬੰਦਾ ਆਪਣਾ ਕਰੀਅਰ ਵੇਖੇਗਾ ਟੀਚਿੰਗ ਦੇ ਵਿੱਚ, ਇੱਕ ਵਧੀਆ ਗਰੋਥ ਪੈਟਰਨ ਦਿਓ। ਜਿਹੜੇ ਦੁਨੀਆ ਦੇ ਸਭ ਤੋਂ ਵਧੀਆ ਦੇਸ਼ ਨੇ ਐਜੂਕੇਸ਼ਨ 'ਚ ਮੰਨਿਆ ਜਾਂਦਾ, ਪੋਲੈਂਡ ਵਗੈਰਾ, ਉੱਥੇ ਟੀਚਰ ਦੀ ਸੈਲਰੀ ਉਹਨਾਂ ਦੇ ਬਿਊਰੋਕਰੈਟਸ ਤੋਂ ਜ਼ਿਆਦਾ ਹੈ। ਤੇ ਸਾਨੂੰ ਵੀ ਆਪਣੇ ਟੀਚਰਸ ਨੂੰ ਬੈਸਟ ਸੈਲਰੀ ਦੇਣੀ ਹੈ। ਸਾਡਾ ਇੱਕ ਫੋਕਸ ਹੋਣਾ ਚਾਹੀਦਾ ਹੈ ਤਾਂ ਕਿ ਜਿਹੜਾ ਇੰਡੀਆ ਦਾ ਬੈਸਟ ਟੈਲੈਂਟ ਹੈ, ਜੇ ਉਹਦਾ ਮਨ 'ਚ ਜੇ ਆਵੇ ਕਿ ਬਈ ਮੈਂ ਆਪਣੇ ਦੇਸ਼ ਦੇ ਬੱਚਿਆਂ ਨੂੰ ਆਪਣਾ ਬੈਸਟ ਨੌਲੇਜ ਸ਼ੇਅਰ ਕਰਨੀ ਹੈ, ਉਹਨੂੰ ਕਰੀਅਰ ਵੱਲੋਂ ਤੇ ਇਕਨੋਮੀ ਵੱਲੋਂ ਨਾ ਸੋਚਣਾ ਪਵੇ। ਟੀਚਰ ਨੂੰ ਗਰੀਬ ਬਣਾ ਕੇ ਰੱਖਣ ਦੀ ਕੋਈ ਲੋੜ ਨਹੀਂ ਹੈ। ਟੀਚਰ ਨੂੰ ਤੁਸੀਂ ਬੈਸਟ, ਮੈਂ ਵੀ ਨਹੀਂ ਕਹਿ ਰਿਹਾ ਕਿ ਇਟ ਸ਼ੁੱਡ ਬੀ ਕਿ ਵੀ ਤੁਸੀਂ ਅਨਨੈਸੈਸਰੀ ਕਿ ਉਸਨੂੰ ਲੈਵਿਸ਼ ਕਰ ਦੇਣਾ ਬਿਜ਼ਨਸਮੈਨ ਵਾਂਗੂ, ਬਟ ਦਾ ਪੁਆਇੰਟ ਇਜ਼ ਕਿ ਇੱਕ ਰਿਸਪੈਕਟਫੁਲ ਸੈਲਰੀ, ਕਿ ਵਧੀਆ ਟੈਲੈਂਟ ਲੱਗੇ ਕਿ ਮੈਂ ਕੰਮ ਕਰਨਾ ਹੈ, ਇਹ ਚੰਗਾ ਕੰਮ ਹੈ, ਮੈਂ ਬੱਚਿਆਂ ਨੂੰ ਨੌਲੇਜ ਦੇ ਰਿਹਾ ਅਤੇ ਇਹਦੇ ਨਾਲ ਮੈਨੂੰ ਆਪਣੀ ਲਾਈਫ ਸਟਾਈਲ 'ਚ ਕੰਪਰੋਮਾਈਜ਼ ਵੀ ਨਹੀਂ ਕਰਨਾ ਪੈਂਦਾ, ਮੈਨੂੰ ਰਿਸਪੈਕਟਫੁਲ ਸੈਲਰੀ ਮਿਲਦੀ ਪਈ ਹੈ। ਜੋ ਸਰਕਾਰੀ ਸੈਲਰੀਆਂ ਹੈਗੀ ਵੀ ਨੇ, ਪਰ ਕੰਟਰੈਕਟ ਤੇ ਪ੍ਰਾਈਵੇਟ ਸਕੂਲਾਂ 'ਚੋਂ ਨਹੀਂ ਮਿਲਦੀਆਂ, ਉਹ ਹੋਣੀਆਂ ਚਾਹੀਦੀਆਂ। ਫਿਰ ਵੇਖੋ ਫੀਸ ਕਿੰਨੀ ਹੈ, ਤੁਸੀਂ ਡਿਫਾਈਨ ਕਰੋ ਕਿ ਬਈ ਸਾਡੀ ਪਰ ਕੈਪੀਟਾ ਇਨਕਮ ਕੀ ਆ ਅਤੇ ਮੀਡੀਅਨ ਫੀਸ ਕਿੰਨੀ ਹੋਣੀ ਚਾਹੀਦੀ ਹੈ, ਰਾਈਟ। ਮੀਡੀਅਨ ਫੀਸ ਇਸ ਵੇਲੇ ਕਿੰਨੀ ਆ ਅਤੇ ਉਸ ਸੈਲਰੀ ਦੇ ਹਿਸਾਬ ਨਾਲ ਜੋ ਸਾਡੇ ਦੇਸ਼ ਦੀ ਇੱਕ ਐਵਰੇਜ ਇਨਕਮ ਹੈ ਉਸ ਹਿਸਾਬ ਨਾਲ ਕਿੰਨੀ ਹੋਣੀ ਚਾਹੀਦੀ, ਉਸ ਹਿਸਾਬ ਨਾਲ ਕੋਈ ਸਾਇੰਟੀਫਿਕ ਤਰੀਕੇ ਨਾਲ ਫਿਕਸ ਕਰੋ ਨਾ ਕਿ ਬਈ ਫੀਸ ਇਸ ਤਰ੍ਹਾਂ ਹੋਏਗੀ, ਇਸ ਲੈਵਲ ਦੇ ਸਕੂਲ ਹੋਣਗੇ, ਉੱਥੇ ਇੰਨਾ ਇਨਫਰਾਸਟਰਕਚਰ ਹੋਣਾ ਜ਼ਰੂਰੀ ਹੈ। ਤਾਂ ਤੇ ਇਹਦਾ ਮਤਲਬ ਲੱਗਦਾ ਪਿਆ ਤੁਸੀਂ ਸੋਚ ਕੇ ਕੁਛ ਕਰਦੇ ਪਏ ਹੋ। ਤੁਸੀਂ ਕਹੋ ਕਿ ਬਈ ਕੋਈ ਫੀਸ ਹੀ ਨਹੀਂ ਵਧਾਏਗਾ, ਇਟ ਇਜ਼ ਨਾਟ ਫੀਜ਼ੀਬਲ ਜੀ। ਤੁਹਾਡੀ ਇਹਦੇ ਖਿਲਾਫ ਜਦੋਂ ਸਕੂਲਸ ਐਸੋਸੀਏਸ਼ਨ ਕੋਰਟ 'ਚ ਜਾਣਗੇ, ਇਟ ਵਿਲ ਨਾਟ ਸਟੈਂਡ। ਤੁਸੀਂ ਗੱਲ ਕਿਹਾ ਕਿ ਵੀ ਤੁਸੀਂ ਹੁਣ ਆ ਗਿਆ ਕਿ 20 ਤੁਸੀਂ ਜਗ੍ਹਾਵਾਂ ਦੱਸੀਆਂ ਨੇ ਜਦੋਂ ਯੂਨੀਫਾਰਮ ਮਿਲੇਗੀ ਜਾਂ ਕਿਤਾਬਾਂ ਮਿਲਣਗੀਆਂ, ਇਟ ਇਜ਼ ਨਾਟ ਪ੍ਰੈਕਟੀਕਲ। ਹੁਣ ਸਕੂਲ ਦੇ ਪ੍ਰਿੰਸੀਪਲ ਜਾਂ ਕਿ 20 ਪਹਿਲਾਂ ਦੁਕਾਨਾਂ ਨਾਲ ਦੁਕਾਨਦਾਰ ਕਹੇਗਾ ਮੈਂ ਕਿਉਂ ਰੱਖਾਂ, ਇਹੀ ਇਸ਼ੂ ਆ ਰਿਹਾ ਉਹ ਹਾਊ ਵਿਲ ਦੇ ਫਾਈਂਡ 20 ਪੀਪਲ ਜੀ। ਤੁਸੀਂ ਕਹੋ ਜੀ ਇਹ ਚੀਜ਼ ਚਾਹੀਦੀ ਹੈ, ਸਪੈਕਸ ਹੈ, ਜਿੱਥੋਂ ਮਰਜ਼ੀ ਲਓ, ਇਹ ਫਿਰ ਵੀ ਫਿਜ਼ੀਬਲ ਹੈ। ਉਹਦੇ ਮੈਨੂਫੈਕਚਰਰ ਹੋਲਸੇਲ ਸਪਲਾਇਰ ਦਾ ਪਤਾ ਕਰੋ, ਰਾਈਟ, ਦੈਟ ਇਜ਼ ਸਟਿਲ ਪੋਸੀਬਲ। ਬਟ ਯੂ ਕਾਂਟ ਟੈਲ ਕਿ ਬਈ ਤੁਸੀਂ ਇਹ 20 ਥਾਵਾਂ 'ਤੇ, ਹੁਣ ਇਮੈਜਿਨ ਕਰੋ ਕਿ ਬਈ ਤੁਸੀਂ ਸਕੂਲ ਰਨ ਕਰਦੇ ਪਏ ਹੋ, ਤੁਸੀਂ ਸਾਰਾ ਦਿਨ ਬੱਚਿਆਂ ਦੀ ਵਧੀਆ ਪੜ੍ਹਾਈ ਵੱਲ ਧਿਆਨ ਦਿਓਗੇ ਕਿ 20 ਵੈਂਡਰ ਆਇਡੈਂਟੀਫਾਈ ਕਰੋਗੇ ਜੀ। ਵੈਂਡਰ ਕਹੇਗਾ ਜੀ ਮੈਂ ਤਾਂ ਇਸ ਰੇਟ 'ਤੇ ਦਊਂਗਾ, ਮੈਂ ਇਸ ਤਰ੍ਹਾਂ ਦਊਂਗਾ, ਫਿਰ ਤੁਸੀਂ ਕੀ ਕਰੋਗੇ ਜੀ, ਰਾਈਟ। ਤੇ ਯੂਨੀਫਾਰਮ ਸਟੈਂਡਰਡਾਈਜ਼ ਕਰ ਦਿਓ, ਵਾਈਟ ਸ਼ਰਟ ਹੋਵੇ, ਬਲੂ ਪੈਂਟ ਹੋਵੇ, ਸਾਰੇ ਬੱਚੇ ਇੱਕੋ ਜਿਹੇ ਦਿਖਣ, ਵੱਡੇ ਛੋਟੇ ਸਕੂਲ ਦਾ ਵੀ ਫਰਕ ਨਾ ਰਹੇ, 2-4 ਕਲਰ ਕਰ ਦਿਓ ਵੱਧ ਤੋਂ ਵੱਧ। Sir, WTO director will look into resolving issues of WTO trades, which is creating difficulty for India to export food grains to other countries to meet shortages. ये जो इनिशिएटिव है इंडिया का कॉज फॉर ग्लोबल फूड सिक्योरिटी, इसको आप कैसे देखते हैं? देखो, अब इससे दो चीज़ें आती है। WTO के अंदर जो बायसेस है कि वर्ल्ड ट्रेड ऑर्गेनाइजेशन फ्री ट्रेड की बात करती है, और जब कुछ देशों में लोगों के पास अनाज की कमी है और जिस देश के पास सरप्लस है वो उनको दे ही नहीं सकता। इससे पहले तो WTO ट्रेड ऑर्गेनाइजेशन को इंट्रोस्पेक्ट करने की ज़रूरत है कि उनकी पॉलिसीज़ क्या ट्रेड को बढ़ाने वाली हैं, रिस्ट्रिक्ट करने वाली हैं, स्पेशली एग्री कमोडिटीज़ में। यहाँ पे तो एमरजेंसी में जब ज़रूरत है तो इमीडिएटली पीपल शुड बी अलाउड टू डू दैट।
तो ये एक पहले ही हम हमेशा से बात करते हैं कि WTO जैसी ऑर्गेनाइजेशंस ये कुछ अमीर देशों के लिए उन्हीं के फेवर में उसी हिसाब से रूल बनाती हैं। सब्सिडीज़ वहाँ पे बहुत ज़्यादा हैं, हमारे किसान सफ़र करते हैं और वहाँ के किसान अपने मटेरियल को ज़्यादा बेटर तरीके से एक्सपोर्ट कर पाते हैं। दूसरी बात यह है कि उनकी तो डिपेंडेंसी पॉपुलेशन की बहुत थोड़ी है जो एग्रीकल्चर पे है, फिर भी वो इतनी ह्यूज सब्सिडीज देते हैं जिससे हमारे किसान, हमारे देशों के किसान कंपिटेंट नहीं रह पाते। और WTO जैसी ऑर्गेनाइजेशंस एक काइंड ऑफ एक्सक्लूसिव क्लब बनाने की कोशिश करते हैं कि आपको हमारे रूल के हिसाब से चलना पड़ेगा, और वो रूल्स सारे वेस्टर्न कंट्रीज, यूरोपियन कंट्रीज, USA वगैरह के फेवर में है। अब इससे आज उनको जरूरत पड़ी है, वो रूल को चेंज कर रहे हैं, बट इसका मतलब है रिस्ट्रिक्शन थी कि इंडिया अपना वीट एक्सपोर्ट नहीं कर सकता, जो हमारा सरप्लस है वो वेस्ट होगा। इसका मतलब है कि जो उसका प्राइस है उसके ऊपर हमेशा प्रेशर रहेगा, क्योंकि हमारी जो इस वक्त प्रोडक्शन है वो काफ़ी ज़्यादा है, हमारी डिमांड उतनी है नहीं। तो हमें अगर एक्सपोर्ट करने से WTO के कुछ रिस्ट्रिक्शंस, कुछ चीज़ें रोक पा रही हैं, इसका मतलब कि हमारे किसान जो बेस्ट प्राइस उनको मिलना चाहिए ले नहीं पाएंगे। तो जो हमारे देश के किसान हैं उनकी फाइट एक सिर्फ MSP तक नहीं रुकनी चाहिए। आवर गवर्नमेंट शुड टेक अप देयर फाइट इंटरनेशनली, और वो लेके भी जाते हैं, पर अब एक स्ट्रांगली कि हमारे किसान को अलाउ होना चाहिए अंटिल हमारी डोमेस्टिक नीड अगर पूरी है तो सरप्लस वो बाहर दे पाए, किसानों की इनकम अपने आप बढ़ेगी, बेस्ट प्रैक्टिसेस वो सीखेंगे। तो ये WTO के अंदर कुछ स्ट्रक्चरल लिमिटेशंस हैं जो अमीर देशों के फार्मर्स को फेवर करती हैं और गरीब देशों के फार्मर्स के अगेंस्ट हैं। जी सर, इसके साथ ही इंडिया हैज़ एन इफेक्टिव हिस्ट्री ऑफ इन काइंड ट्रांसफर्स एंड कैश ट्रांसफर टू पॉपुलेशन एंड वल्नरेबल सेक्शंस ऑफ सोसाइटी, एंड वी सर्टेनली वांट दैट टू कंटिन्यू एंड टू बी एक्सपेंडेड। ये जो गिवन द राइज इन एनर्जी प्राइस है या फूड प्राइजेस है, ये सर्टेनली पेन है हाउस होल्ड्स के लिए। सो ये जो इन्फ्लेशन है इसको कैसे कॉम्बैक्ट या टैकल किया जाए? देखो, पहले तो इंडिया में कैश ट्रांसफ़र वाला कॉन्सेप्ट बहुत ही नया है। इंडिया के अंदर सब्सिडीज दी जाती थी, सब्सिडीज के अंदर लीकेजेस थी, बहुत रेयरली कुछ पेंशन स्कीम्स थी, देयर वर ओनली फ्यू थिंग्स जिसके अंदर। और कैश ट्रांसफ़र, जब बैंक अकाउंट ही नहीं तो कैश ट्रांसफ़र करोगे कैसे? काफ़ी फेक नेम बनाए जाते थे, तो इसमें बहुत करप्शन थी। अब आधार और उससे जोड़ के अब कैश ट्रांसफ़र वाला टाइम आया है। अब क्वेश्चन ये है कि अगर आप कैश ट्रांसफ़र करते हो तो मनी सप्लाई बढ़ती है, उससे इन्फ्लेशन के इम्पैक्ट आने की ज़रूरत है। देखो, इस पे आपको एक कॉल लेनी होती है कि व्हाट इज़ द सिचुएशन राइट नाउ। अगर प्रेशर किस साइड से, अगर सप्लाई साइड से प्रेशर है कि आपको इनफ सप्लाई नहीं मिल पा रही है, राइट, तो उसमें अगर आप डिमांड क्रिएट करोगे, राइट, तो बेसिकली इन्फ्लेशन बढ़ेगी कि सप्लाई ऑलरेडी कम है। आज अगर मैं ऑयल प्राइसेस की बात करूं, इट इज़ बिकॉज इंटरनेशनल प्राइस ज़्यादा है। आप किसी गरीब आदमी को अगर कैश ट्रांसफ़र करते हो, उसने गाड़ी नहीं चलानी है, तो उसका इम्पैक्ट इतना, उसका जो इम्पैक्ट का ऑफ कोर्स उस डायरेक्शन में तो इम्पैक्ट जाएगा अगर मनी सप्लाई बढ़ेगी, पर उतना नहीं होगा क्योंकि वो फूड सप्लाई, वो अपने फूड और बेसिक नीड्स पे अपना पैसा खर्च करने वाले हैं, राइट। अब दूसरी बात आ गई कि अगर आपकी डिमांड साइड पे कमी है कि चीज़ें तो हैं पर डिमांड ही नहीं है और लोगों को ज़रूरत भी है, राइट, तो आप मनी सप्लाई देके डिमांड क्रिएट करके उसको रैशनलाइज कर सकते हो। तो ये सिचुएशन के हिसाब से आपको इन दोनों चीज़ों के बीच में डिसीजन लेना है कि प्रॉब्लम कहाँ पे है, सप्लाई साइड पे है या डिमांड साइड पे है। मनी ट्रांसफ़र के कुछ बेनिफिट भी हैं, कुछ नुकसान भी हैं। लेट्स सपोज कि अगर एक हाउस होल्ड की नीड जो है वो खाने की है, और ये अगेन सर्वे करना पड़ेगा इंडिया में कैसे होता है, आप अगर पैसे ट्रांसफ़र करते हैं और वो पैसे जो बेसिक खाने की नीड की बजाय शराब या किसी और चीज़ में यूज़ हो जाते हैं, तो देन वो स्कीम सक्सेसफुल नहीं है। तो उसको गवर्नमेंट को मैनेज करना पड़ेगा कि कैसे वो फंड्स इंडिया में, उसके लिए वुमेन हैव टू बी एम्पावर्ड। ये पैसे जर्नली वुमेन अकाउंट में डाले जाते हैं ताकि इसका मेजर यूज़ हाउस होल्ड में जो बेसिक सप्लाईज हैं, बेसिक नेसेसिटीज़ के लिए किया जाए। तो एक आपको हमेशा मॉनिटर और बैलेंस करके चलना है कि कहाँ पे आपने डायरेक्ट सब्सिडी देनी है। अब जैसे हम एक कम रेट पे फूड सप्लाई हो रहा है अक्रॉस इंडिया, कोविड के टाइम पे अभी एक्सटेंड भी हुआ है, इस टाइम पे क्योंकि खाने की सप्लाई की कमी ना आ जाए और होर्डिंग ना हो जाए, तो गवर्नमेंट ने ये स्कीम करी है। अब कुछ रेगुलर एक्सपेंसेस के लिए गवर्नमेंट बेसिकली कैश दे सकती है, और कई बार आप कूपन दे सकते हो। अब एजुकेशन की बात कर रहे हैं, गवर्नमेंट स्कूल्स में, हम अभी एजुकेशन की बात की थोड़ी देर पहले, गवर्नमेंट स्कूल्स में एजुकेशन क्वालिटी या इज़ नॉट देयर। ये हम सब मानते हैं कि हमारे पंजाब में एजुकेशन की क्वालिटी बहुत पुअर हो गई है गवर्नमेंट स्कूल्स में।
उसके अलावा होता क्या कि कॉस्ट ऑफ डिलीवरिंग एजुकेशन थ्रू गवर्नमेंट इज़ वेरी हाई। अगर आप ऑन एन एवरेज देखेंगे पर बच्चे पे पंजाब सरकार रफली 40,000 रुपीज़ खर्च करती है एनुअली। अब आप किसी पेरेंट को 40,000 रुपये का कूपन भी दे सकते हैं कि वो किसी भी स्कूल में जाके पढ़े, और प्राइवेट स्कूल कोई भी हो उसको उस 40,000 में उसको पढ़ाना पड़ेगा, और ज़्यादातर स्कूल इसको एक्सेप्ट कर लेंगे क्योंकि ये रीजनेबल फीस है। और जब जब पेरेंट ने कूपन देना है सरकारी स्कूल में तो वो फीस नहीं दे रहा, वो किसी से डिमांड ही नहीं कर सकता क्वालिटी एजुकेशन। पर जब कूपन उसके हाथ में, जब उसको पता है 40,000 का कूपन मैंने देना है, तो वो स्कूल से डिमांड करेगा कि मेरे बच्चे को क्वालिटी एजुकेशन मिले। तो गवर्नमेंट इस तरीके से जो डिलीवरी ऑफ सोशल सर्विसेज है, इनोवेटिव तरीके देख सकती है। इट कुड बी डायरेक्ट सब्सिडी, इट कुड बी कैश ट्रांसफर, एंड इट कुड बी कूपन सिस्टम आल्सो। बिल्कुल सर आखिरी इंटरनेशनल मुद्दे पे आते हैं, रशिया यूक्रेन वॉर, वेयर इट इज़ हेडिंग टुवर्ड्स, और यूएन चीफ टू मीट जेलेंस्की एंड पुतिन फॉर पीस टॉक्स। देखो, इट इज़ वेरी इंपॉर्टेंट कि अब इंटरवेंशन की जाए, बिकॉज इट इज़, जैसा हम हमेशा कहते हैं, वॉर एक अपने आप में एक अलाइव चीज़ होती है और बहुत वॉलेटिलिटी होती है, वो कुछ भी डायरेक्शन ले सकती है और उसके कॉन्सिक्वेंसेस ऐसे हो सकते हैं विच वी माइट रिग्रेट फॉर नेक्स्ट 100 years एंड वी माइट नॉट गेट चांस टू रिग्रेट, इट कुड बी सो डेंजरस। अब पुतिन ने 2 दिन पहले एक नई ICBM समरत 2 का उन्होंने किया परीक्षण। अब ये मिसाइल ये मिसाइल ऐसी है कि इसके अंदर 15 अलग अलग मिसाइल्स फिट हो सकती हैं और वो दोबारा री एंटर करती हैं एटमॉस्फेयर में और अलग अलग डायरेक्शन में हिट कर सकती हैं, और पुतिन इज सेइंग कि इस वेपन को कोई नहीं रोक सकता। सो इट इज़ अ वेरी वेरी फॉर्मिडेबल मिसाइल। और इस टाइम पे इसका क्यों किया गया? बिकॉज पुतिन वांट्स टू सेंड अ मैसेज दैट अगर यूक्रेन और हमारी लड़ाई में कोई तीसरी पावर आती है तो उसके कॉन्सिक्वेंसेस बहुत डेंजरस हो सकते हैं। सेकेंड चीज़, जो एक वीडियो जिसके अंदर पुतिन और उनके डिफेंस मिनिस्टर आपस में बात कर रहे हैं, और मैरीपोल में जो स्टील प्लांट के अंदर जो यूक्रेन के फौजी जिन्होंने वहाँ पे दे आर इन देयर हाइड आउट, राइट, और वहाँ पे उन्होंने अपना बेस बना लिया है, तो पुतिन उनको बोल रहे हैं कि उसको अटैक मत करो, उसको बस घेर के बैठ जाओ, सील कर दो ताकि वो बाहर ना पाए, वी नीड नॉट टू अटैक। अब इसका मैसेज क्या हो सकता है? एक रीज़न ये हो सकता है कि देर इज़ लॉट ऑफ रशियन कैजुअलिटी ऑल्सो। ब्लैक सी में भी उनकी जो फ्लैगशिप वॉरशिप थी वो भी सिंक कर दी गई यूक्रेन के वेपन से, और उसमें वो कॉन्ग्रेचुलेट कर रहे हैं अपने डिफेंस मिनिस्टर को दैट फॉर दिस ग्रेट विक्ट्री, और इट मीन्स दैट अब उनके डोमेस्टिक प्रेशर भी है उनके ऊपर कि इस वॉर को ख़त्म किया जाए। तो इस डोमेस्टिक प्रेशर और एक ऑनरेबल एग्जिट दोनों कंट्रीज को देके I think UN should mediate. I hope UN is mediating as an international body, not as the face of again NATO or US. ये सबसे बड़ा रिस्क है आज ये दो कंट्रीज को। आई होप कंट्रीज which have more credibility with these two nations. It could be Turkey, it could be primarily India, it could be China. Again, rumors ये भी आ रही हैं चाइना भी प्रॉफिटेरिंग कर रहा है। चाइना इज सप्लाइंग वेपन्स टू यूक्रेन एज वेल एज रशिया, और ये चाइना का ये एक इमेज ही बन गई है कि दे विल ऑलवेज फोकस ऑन प्रॉफिटिंग। उनको लड़ाई झगड़े, राइट रॉन्ग, एथिक्स अनएथिक्स से कुछ लेना देना नहीं है, एंड दैट इज द लेसन इंडिया शुड लर्न व्हाट काइंड ऑफ एनिमी वी आर डीलिंग विद। तो ये सिचुएशन इससे पहले कि किसी और डायरेक्शन में चली जाए, कोई ये कोई छोटा, ये भी कुछ लोग अटकलें लगा रहे हैं, हालांकि आई डोंट बिलीव इन इट, कि कुछ छोटे टैक्टिकल न्यूक्लियर वेपन रशिया शायद यूज़ कर ले आउट ऑफ डेस्परेशन, तो उससे वॉर बहुत एस्केलेट हो सकती है। सो इट इज़ वेरी वेरी इंपॉर्टेंट कि यूनाइटेड नेशन जिस पर्पस के लिए बना है, इट शुड स्टे ट्रू टू इट्स पर्पस, और आज ये बेसिकली इसको ख़त्म किया जाए, इस वॉर को, एज सून एज पॉसिबल। Perceptive indeed. Thank you so much for your views, sir. So stay connected for such deep analysis. ऐसे ही important मुद्दों के deep analysis के लिए जुड़े रहिए हमारे चैनल के साथ, और अपनी राय ज़रूर दीजिए हमें comment section में. And do not forget to subscribe to our channel and download our app. धन्यवाद.